ਕਹਿੰਦਾ ਮਾਂ ਜੀ ਤੁਹਾਨੂੰ ਮੈਂ ਇੱਕ ਨਾ ਮਸ਼ਵਰਾ ਦਿੰਦਾ ਵਾਂ ਕਿ ਤੁਸੀਂ 2 ਨੰਬਰ ਕੰਮ ਸ਼ੁਰੂ ਕਰ ਲਓ। ਗੰਦੀ ਨਜ਼ਰ ਰੱਖਦਾ ਰਿਹਾ ਬੱਚੀ ਮੇਰੀ ਤੇ। ਅਰਸਲਾਨ ਨੇ ਤੁਹਾਡੇ ਘਰ ਨੂੰ ਜਿਸਮ ਫਰੋਸ਼ੀ ਦਾ ਅੱਡਾ ਬਣਾ ਦਿੱਤਾ। ਹੁਣ ਡਰਾਂਦਾ ਧਮਕਾਉਂਦਾ ਵਾ ਕਿ ਮਨਸ਼ਿਆਦ ਵੇਚ ਮੇਰੀ। ਮੇਰਾ ਨੰਬਰ ਤੁਹਾਨੂੰ ਕੌਣ ਦੇ ਰਿਹਾ? ਸਾਫ਼ ਕਹਿੰਦੇ ਸੀ ਕਿ ਸਲਾਨ ਜੱਟ ਤੇ ਸ਼ੰਕਰ, ਸਲਾਨ ਜੱਟ ਤੇ ਸ਼ੰਕਰ। अस्सलाम वालेकुम नाज़रीन, मैं हूं एडी मलिक और आज जो कहानी मैं आपके सामने लेकर आया हूं, आप इसे सुनकर आपको जो हमारे मुहाफ़िज़ हैं, जो पुलिस के मुहाफ़िज़ हैं, उन पर शर्मिंदगी महसूस करेंगे आप, क्योंकि एक अरसलान जट नामी पुलिस एहलकार इनके दरवाज़े पर आता है और दस्तक देता है कि मुझे पानी पीना है। ये ख़ातून उसे अंदर बुलाकर पानी पिलाती है। आगे क्या कहानी उसने शुरू की, क्या इस माँ जी के साथ उसने जुल्म किया, ये सारी कहानी, ये पुलिस के मुहाफ़िज़ों की सारी कहानी इन्हीं से जानते हैं। माँ जी मैंने दसो कि अरसलान की करना आए सी तुहाडे घर? ਪਾਣੀ ਪੀਣ ਆਇਆ ਸੀ ਬੇਟਾ। की कहंदा सी पानी पीन दे बहाने? ਕਹਿੰਦਾ ਮਾਂ ਜੀ ਮੈਂ ਪਾਣੀ ਪੀਣਾ। ਮੈਂ ਕਿਹਾ ਪੁੱਤਰ ਪਾਣੀ ਪੀ ਲਾ। ਪਾਣੀ ਪੀ ਕੇ ਕਹਿੰਦਾ ਮੇਰੇ ਨਾਲ ਇੱਕ ਲੜਕੀ ਵੀ ਆ ਮੇਰੀ, ਕਹਿੰਦਾ ਗਰਲਫ੍ਰੈਂਡ ਆ, ਪਤਾ ਨਹੀਂ ਜੋ ਵੀ ਉਹਨੇ ਕਿਹਾ, ਹੁਣ ਅੱਲਾ ਬਿਹਤਰ ਜਾਣਦਾ ਕੀ ਲੱਗਦੀ ਸੀ ਕੀ ਨਹੀਂ ਉਹਦੀ ਲੱਗਦੀ। ਪਾਣੀ ਪੀ ਕੇ ਬੈਠ ਗਿਆ। ਦੂਸਰੇ ਦਿਨ ਫਿਰ ਆਇਆ, ਪਾਣੀ ਦਾ ਹੀ ਜਵਾਬ ਕੀਤਾ। ਤੀਸਰੇ ਦਿਨ ਫਿਰ ਆਇਆ, ਕਹਿੰਦਾ ਮਾਂ ਜੀ ਤੁਹਾਨੂੰ ਮੈਂ ਇੱਕ ਨਾ ਮਸ਼ਵਰਾ ਦਿੰਦਾ ਵਾਂ ਕਿ ਤੁਸੀਂ 2 ਨੰਬਰ ਕੰਮ ਸ਼ੁਰੂ ਕਰ ਲਓ। नहीं पानी पीन ਦਾ ਹੀ ਬਹਾਨਾ ਬਣਾ ਕੇ ਆਂਦਾ ਸੀ? ਸਿਰਫ ਤੁਹਾਡੇ ਘਰ ਹੀ ਆਂਦਾ ਸੀ? ਜੀ ਵਰਦੀ ਚ ਆਂਦਾ ਸੀ ਕਿ ਕਿਸ ਤਰ੍ਹਾਂ ਆਂਦਾ ਸੀ? ਜਾਂਦਾ ਸੀ। ਹੁਣ ਪਤਾ ਨਹੀਂ ਅੱਗੇ ਵੀ ਕਿਤੇ ਕਿਤੇ ਜਾਂਦਾ ਹੋਵੇ, ਹੁਣ ਇਸ ਚੀਜ਼ ਦੀ ਮੈਂ ਨਹੀਂ ਕਸਮ ਦੇ ਸਕਦੀ। ਤੇ ਮੈਂ ਕਿਹਾ ਪੁੱਤਰ 2 ਨੰਬਰ ਕੰਮ ਕੀ ਹੁੰਦਾ ਕਿ 2 ਨੰਬਰ ਨੋਟ ਛਾਪ ਕੇ ਵੇਚਣੇ ਆ? ਕਹਿੰਦਾ ਨਹੀਂ ਨਹੀਂ, ਤੈਨੂੰ ਲੜਕੀਆਂ ਲਿਆਣ ਕੇ ਦਿਆ ਕਰੂ, ਲੜਕੇ ਲਿਆਣ ਕੇ ਦਿਆ ਕਰੂ, ਤੂੰ ਉਹਨਾਂ ਨੂੰ ਜਗ੍ਹਾ ਦਿਆ ਕਰੀ, ਬਾਕੀ ਮੈਂ ਜਾਣਾ, ਮੇਰਾ ਕੰਮ ਜਾਣੇ। ਇਹ ਗੱਲ ਅਰਸਲਾਨ ਕਹਿ ਰਿਹਾ ਸੀ? ਜੀ। ਇਹੀ ਅਰਸਲਾਨ ਜਿਹੜਾ ਦੇਖ ਰਹੇ ਨੇ ਲੋਕ ਜੋ ਅਸਲਾਨ ਜੱਟ ਨੇ ਇਹ ਗੱਲ ਕੀ? ਮੈਂ ਕਿਹਾ ਮੁਹੱਲੇ ਵਾਲੇ ਮੇਰੇ ਤੇ ਉਂਗਲਾ ਉਠਾਣਗੇ। ਕਹਿੰਦਾ ਉਹਨਾਂ ਦੀ ਅਸਲਾਨ ਜੱਟ ਦੀ ਫਿਰ ਵਰਦੀ ਕਿਸ ਕੰਮ ਆਣੀ ਹੋ। ਮੈਂ ਕਿਹਾ ਚਲੋ ਠੀਕ ਹੈ ਭਾਈ, ਮੈਂ ਇਸ ਤਰ੍ਹਾਂ ਦਾ ਕੰਮ ਨਾ ਮੈਂ ਪਨਾਹ ਦਿੰਦੀ ਆ ਨਾ ਮੈਨੂੰ ਦੇਣ ਦੀ ਲੋੜ ਆ। ਕਹਿੰਦਾ ਤੈਨੂੰ ਪਨਾਹ ਦੇਣੀ ਪਏਗੀ, ਜਾਂ ਤੈਨੂੰ ਆਪ ਗੰਦਿਆਂ ਕਰਾਂਗਾ ਜਾਂ ਤੇਰੇ ਸ਼ੋਹਰ ਨੂੰ ਕੋਈ ਨਾ ਕੋਈ ਮਸਲਾ ਮਸਾਇਲ ਬਣੇਗਾ ਜ਼ਰੂਰ, ਇਹ ਤੂੰ ਸਾਡੇ ਨਾਲ ਸਾਥ ਦੇ। अच्छा आपके बच्चे नहीं थे? ਮੇਰੀ ਬੇਟੀ ਔਰ ਬੇਟਾ ਸੀ, ਛੋਟੇ ਛੋਟੇ ਸੀ ਉਸ ਟਾਈਮ। ਬੇਟੀ ਮੇਰੀ ਇਸ ਟਾਈਮ 11 ਸਾਲ ਦੀ ਆ, ਉਸ ਟਾਈਮ 10 ਸਾਲ ਦੀ ਸੀਗੀ ਜਿਸ ਟਾਈਮ ਤੋਂ ਇਹ ਗੰਦੀ ਨਜ਼ਰ ਰੱਖਦਾ ਰਿਹਾ ਬੱਚੀ ਮੇਰੀ ਤੇ। ਸਭ ਕੁਝ ਮੈਂ ਬਰਦਾਸ਼ਤ ਕੀਤਾ। ਇਹ ਡਰਾਉਂਦਾ ਰਿਹਾ, ਧਮਕਾਉਂਦਾ ਰਿਹਾ, ਮੈਂ ਡਰਦੀ ਰਹੀ ਹਾਂ ਇਹਦੇ ਤੋਂ ਕਿ ਨਹੀਂ ਮੇਰੇ ਬੰਦੇ ਨੂੰ ਨਾ ਕੁਝ ਕਹਿ ਰਹੇ, ਮੇਰੇ ਬੱਚੇ ਨੂੰ ਨਾ ਕੁਝ ਕਰ ਦੇਵੇ, ਮੈਨੂੰ ਨਾ ਕੁਝ ਕਰ ਦੇਵੇ। ਲੇਕਿਨ ਜਦੋਂ ਇਹਨੇ ਮੇਰੀ ਬੱਚੀ ਦੇ ਬਾਰੇ ਖਿਲਾਫ ਹੋਇਆ ਨਾ, ਮੇਰੇ ਕੋਲ ਹੱਦੋਂ ਪਾਰ ਬਰਦਾਸ਼ਤ। ਯਾਨੀ ਕਿ ਤੁਹਾਡੇ ਕਹਿਣ ਦਾ ਮਕਸਦ ਹੈ ਕਿ ਇਸ ਅਰਸਲਾਨ ਨੇ ਤੁਹਾਡੇ ਘਰ ਨੂੰ ਜਿਸਮ ਫਰੋਸ਼ੀ ਦਾ ਅੱਡਾ ਬਣਾ ਦਿੱਤਾ। ਕਦੀ ਖੁਸਰੇ ਲੈ ਕੇ ਆਣੇ ਆ, ਬੱਚੀ ਮੇਰੀ ਨੂੰ ਕਹਿਣਾ ਕੱਪੜੇ ਲੈ ਕੇ ਆ, ਇੱਥੇ ਬੈਠ ਮੇਰੇ ਪਾਉਂ ਦਵਾ। ਬੱਚੀ ਮਾਸ਼ਾਅੱਲਾ 8ਵੀਂ 'ਚ ਮੇਰੀ ਪੜ੍ਹਦੀ ਆ, ਬੱਚੀ ਸਮਝਦਾਰ ਆ ਮੇਰੀ। ਉਹ ਇਸ ਚੀਜ਼ ਨੂੰ ਨਾ ਨਹੀਂ ਚੰਗਾ ਸਮਝਦੀ ਆ। ਉਹ ਕਹਿੰਦੀ ਮੰਮਾ ਅੰਕਲ ਦਾ ਕੀ ਕੰਮ ਬਣਨਾ ਸਾਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਦਾ? ਸਾਡਾ ਪਾਪਾ ਫੌਤ ਹੋ ਗਿਆ ਤੇ ਸਾਨੂੰ ਲੋਕ ਇੰਝ ਦੇ ਮਸ਼ਵਰੇ ਦੇਣਗੇ, ਅਸੀਂ ਮਰ ਜਾਣਾ ਬਿਹਤਰ ਆ ਮੰਮਾ। ਇਸ ਤਰ੍ਹਾਂ ਦਾ ਮੈਂ ਕਦੀ ਨਹੀਂ ਮੰਮਾ, ਆਪਣੀ ਮਾਂ ਦੀ ਆਪਣੇ ਬਾਪ ਦੀ ਮੈਂ ਪੱਗ ਨਹੀਂ ਰੋਲਾਂਗੀ ਕਿਉਂਕਿ ਇਹਦਾ ਬਾਪ ਫੌਤ ਹੋ ਗਿਆ ਹੋਇਆ। ਤੇ ਮੈਨੂੰ ਤੁਸੀਂ ਇਹ ਦੱਸੋ ਕਿ ਅਰਸਲਾਨ ਨੂੰ ਤੁਸੀਂ ਮਨਾ ਨਹੀਂ ਕੀਤਾ ਕਿ ਮੇਰੇ ਘਰ ਇਹ ਕੁੜੀਆਂ ਨਾ ਲੈ ਕੇ ਆਇਆ ਬਹੁਤ ਕਰ? ਜ਼ਿਆਦਾ ਧਮਕਾਉਂਦਾ ਸੀ, ਡਰਾਉਂਦਾ ਸੀਗਾ, ਪਿਸਤੌਲ ਤੇ ਬੁਲਟ ਮਾਰਦਾ ਸੀਗਾ ਕਿ ਮੈਂ ਕਿਸੇ ਨਾ ਕਿਸੇ ਦੀ ਜਾਨ ਲੈ ਲੈਣੀ ਆ। ਮੈਂ ਕਹੂੰਗਾ ਇਹਨਾਂ ਨੇ ਮੈਨੂੰ ਜ਼ਬਰਦਸਤੀ ਅੰਦਰ ਵਾੜਿਆ। ਕਹਿੰਦੇ ਉਹਨੇ ਆਪਣੀ ਇੱਜ਼ਤ ਬਚਾਉਣ ਦੀ ਖਾਤਰ ਫਿਰ ਬੰਦਾ ਕੀ ਕਰੇ, ਬਾਹਰ ਅੰਦਰ ਨਹੀਂ ਸੀ ਜਾਈਦਾ ਨਾ। ਇੰਨਾ ਅਸੀਂ ਲਾਹੌਰ ਵਾਲੇ ਨੂੰ ਜਾਣਦੇ ਸੀਗੇ ਕਿਸ ਤਰ੍ਹਾਂ ਦੇ ਲੋਕ ਆ ਕਿਸ ਤਰ੍ਹਾਂ ਦੇ ਨਹੀਂ। ਹੁਣ ਸਾਨੂੰ ਤਾਂ ਪਤਾ ਚੱਲ ਗਿਆ ਕਿ ਕਿਸ ਤਰ੍ਹਾਂ ਦੇ ਲੋਕ ਜੀ। ਪਤਾ ਨਹੀਂ ਕਿੱਥੇ ਕਿੱਥੇ ਜਾਂਦਾ ਫਿਰ ਕਹਿੰਦਾ ਮੈਂ ਫਲਾਨੀ ਜਗ੍ਹਾ ਤੋਂ ਮੈਂ ਮੰਥਰੀ ਲੈ ਕੇ ਆਉਣਾ, ਢਮਕਾਨੀ ਜਗ੍ਹਾ ਤੋਂ ਲੈ ਕੇ ਆਉਣਾ। ਪਤਾ ਨਹੀਂ ਜਿੰਨੇ ਜਿੰਨੇ ਡੇਰੇ ਉੱਥੇ ਸਾਰੇ ਡੇਰਿਆਂ 'ਤੇ ਜਾਂਦਾ ਇਹ। ਤੇ ਇਹ ਕਿਹੜੇ ਥਾਣੇ ਦੇ ਵਿੱਚ ਹੈਗਾ ਜੀ? ਫੈਕਟਰੀ ਏਰੀਏ। ਇਹ ਫੈਕਟਰੀ ਦਾ ਕਿਹੜਾ ਥਾਣਾ ਹੈਗਾ ਜੀ? ਸ਼ੇਖੂਪੁਰੇ ਵਾਲਾ? ਹਾਂਜੀ ਸ਼ੇਖੂਪੁਰੇ ਵਾਲਾ। ਹੁਣ ਉਹ ਕੀ ਕਹਿੰਦਾ ਤੁਹਾਨੂੰ? ਹੁਣ ਡਰਾਂਦਾ ਧਮਕਾਉਂਦਾ ਵਾ ਕਿ ਮਨਸ਼ਿਆਦ ਵੇਚ ਮੇਰੀ। ਇਹ ਪੁਲਿਸ ਵਾਲਾ ਕਹਿੰਦਾ ਹੈਗਾ ਜੀ ਅਰਸਲਾਨ? ਹਾਂਜੀ ਸ਼ੰਕਰ ਨਾਂ ਦਾ ਬੰਦਾ ਉਹਨੂੰ ਲਿਆਣ ਕੇ ਹੱਥੀਂ ਦਿੰਦਾ ਤੇ ਮੇਰੇ ਦਰਵਾਜ਼ੇ ਅੱਗੇ 4 ਮੁਲਾਜ਼ਮ ਉਧਰ ਖੜੇ ਹੁੰਦੇ ਸੀ, 4 ਉਧਰ ਖੜੇ ਹੁੰਦੇ ਸੀ। ਘੁਮਿਆਰਾਂ ਦਾ ਗੇਟ ਸੀਗਾ ਜਿੱਥੇ ਬੈਠ ਕੇ ਇਹ ਅਸਨਾਨ ਜੱਟ ਇਹਨੂੰ ਆਈਜ਼ ਦੇ ਕੇ ਜਾਂਦਾ ਸੀ, ਉੱਥੇ ਵੇਚਦਾ ਸੀ ਬੈਠ ਕੇ। ਇਹਨੂੰ ਮੈਂ ਕਿਹਾ ਭਾਈ ਸ਼ੰਕਰ ਨੂੰ, ਮੈਂ ਕਿਹਾ ਤੂੰ ਮੇਰੇ ਘਰ ਨਾ ਆ। ਭਾਈ ਸ਼ੰਕਰ ਕਹਿੰਦਾ ਕਿ ਮੈਂ ਉਹਨਾਂ ਦੀਆਂ ਮੁਖਬਰੀਆਂ ਦਿੰਦਾ ਵਾਂ, ਤੂੰ ਚਾਚੀ ਅੱਗੇ ਨਹੀਂ ਆਉਣਾ ਹੈਗਾ। ਮੈਂ ਇਹਨਾਂ ਨੂੰ ਮਨਾ ਕੀਤਾ, ਇਹਨਾਂ ਨੇ ਮੇਰੇ ਤੇ ਉਂਗਲਾਂ ਉਠਾਈਆਂ। ਲੋਕਾਂ ਦੇ ਬੰਦਿਆਂ ਨੂੰ ਮੇਰਾ ਨੰਬਰ ਇੰਨਾ ਕੁ ਵੰਡਣਾ ਸ਼ੁਰੂ ਕਰ ਦਿੱਤਾ ਨਾ ਕਿ ਆਪ 2 ਨੰਬਰ ਕੰਮ ਕਰਦੀ ਹੈ, ਆਈਜ਼ ਪੀਣ ਦੇ ਬਹਾਨੇ ਨਾਲ ਨਾ ਇਹਨੂੰ 1 ਗ੍ਰਾਮ ਆਈਜ਼ ਦੇ ਦਿਓ ਤੇ ਆਪਣੀ ਇੱਜ਼ਤ ਲੁਟਾ ਕੇ ਜਾਂਦੀ ਆ। ਜਿਸ ਬੰਦੇ ਮੈਨੂੰ ਫੋਨ ਕੀਤਾ ਉਹਨਾਂ ਨੂੰ ਮੈਂ ਗਾਲਾਂ ਕੱਢਣੀਆਂ ਕਿ ਤੁਹਾਨੂੰ ਮੇਰਾ ਨੰਬਰ ਤੁਹਾਨੂੰ ਕੌਣ ਦੇ ਰਿਹਾ? ਸਾਫ਼ ਕਹਿੰਦੇ ਸੀ ਕਿ ਸਲਾਨ ਜੱਟ ਤੇ ਸ਼ੰਕਰ, ਸਲਾਨ ਜੱਟ ਤੇ ਸ਼ੰਕਰ, ਕਿਉਂਕਿ ਸ਼ੰਕਰ ਉਹਨੂੰ ਮੁਖਬਰੀਆਂ ਦਿੰਦਾ ਸੀ ਝੂਠੀਆਂ ਸੱਚੀਆਂ ਲੋਕਾਂ ਦੇ ਘਰਾਂ ਦੀਆਂ। ਆਈਜ਼ ਉਹਦੀ ਵੇਚਦਾ ਸੀ, ਚਰਸ ਉਹਦੀ ਵੇਚਦਾ ਸੀ, ਫੀਮ ਉਹਦੀ ਵੇਚਦਾ ਸੀਗਾ। ਅਸੀਂ ਮਨਾ ਕਰਨ ਦੇ ਬਾਵਜੂਦ ਵੀ ਇਹ ਸਾਡੇ ਤੇ ਉਂਗਲਾਂ ਉਠਾਉਂਦਾ ਰਿਹਾ। ਫਿਰ ਇਹਨੇ ਮੇਰੀ ਬੱਚੀ ਤੇ ਗੱਲਾਂ ਬਾਤਾਂ ਕੀਤੀਆਂ, ਫਿਰ ਇਹਨੇ ਮੇਰੇ ਮਾਮਲੇ 'ਚ ਗੱਲਾਂ ਬਾਤਾਂ ਕੀਤੀਆਂ। ਇਹਦੀ ਮੈਂ ਮਾਂ ਸੀਗੀ, ਮਾਵਾਂ ਅਗਰ ਮੈਨੂੰ ਮਾਂ ਕਹਿੰਦਾ ਨਾ
ਤੇ ਮੇਰੇ ਤੇ ਉਂਗਲਾ ਚੁੱਕਣਾ ਨਾ। ਜਿਹੜੇ ਬਾਹਰ ਦੀਆਂ ਮਾਵਾਂ ਨੂੰ ਨਹੀਂ ਨਾ ਬਖਸ਼ ਸਕਦੇ, ਜਿਨ੍ਹਾਂ ਨੇ ਜਨਮ ਦਿੱਤਾ ਉਹਨਾਂ ਮਾਵਾਂ ਨੂੰ ਵੀ ਨਹੀਂ ਇਹ ਬਖਸ਼ਦੇ। ਜਿਸ ਤਰ੍ਹਾਂ ਦੀ ਮੇਰੀ ਬੇਟੀ ਆ ਉਸ ਤਰ੍ਹਾਂ ਦੀ ਇਹਦੇ ਘਰ ਵੀ ਬੇਟੀ ਹੋਊਗੀ। ਤੁਹਾਡੀ ਬੇਟੀ ਨੂੰ ਵੀ ਛੇੜਦਾ ਸੀ? ਬੇਟੀ ਮੇਰੀ ਨੂੰ ਚੁੰਡੀਆਂ ਵੜਦਾ ਰਿਹਾ ਵਾ, ਕਹਿੰਦਾ ਮੇਰੀਆਂ ਲੱਤਾਂ ਦਬਾ। ਬੱਚੀ ਮੇਰੀ ਨੂੰ ਕਹਿੰਦਾ ਸੀਗਾ ਜੇ ਗੰਦਾ ਕੱਪੜਾ ਲੈ ਕੇ ਆ, ਮੈਂ ਪ੍ਰੋਗਰਾਮ ਕਰਨਾ ਕੁੜੀ ਦੇ ਨਾਲ। ਮੇਰੀ ਬੱਚੀ ਕਹਿੰਦੀ ਮਮਾ ਪ੍ਰੋਗਰਾਮ ਕੀ ਹੁੰਦਾ ਵਾ? ਤੇ ਮੈਂ ਭਾਈ ਸਨਾਨ ਨੂੰ ਪੁੱਛਿਆ, ਮੈਂ ਕਿਹਾ ਭਾਈ ਤੇਰਾ ਕੰਮ ਨਹੀਂ ਬਣਦਾ ਜਤੀਮਾਂ ਤੇ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਦਾ, ਤੂੰ ਵੀ ਮਰਨਾ ਵਾ। ਕਹਿੰਦਾ ਮੈਂ ਸਾਰੇ ਖਾਨਦਾਨ ਮਾਰ ਕੇ ਮੈਂ ਜੋ ਮਰਜ਼ੀ ਕਰੂ, ਕੋਈ ਮਾਈ ਦਾ ਲਾਲ ਨਿਜ਼ਾਮਪੁਰੇ ਦੇ ਵਿੱਚ ਮੈਨੂੰ ਕੋਈ ਟੱਕਰ ਲੈਣ ਵਾਲਾ ਜੰਮਿਆ ਨਹੀਂ ਹੈ। ਮੈਨੂੰ ਆਪਣੀ ਵਰਦੀ ਤੇ ਬੜਾ ਮਾਣ ਆ। ਮੈਂ ਕਿਹਾ ਤੈਨੂੰ ਵਰਦੀ ਤੇ ਬੜਾ ਮਾਣ ਆ, ਸਾਨੂੰ ਆਪਣੇ ਅੱਲਾ ਤੇ ਬੜਾ ਮਾਣ ਆ। ਨਹੀਂ ਹੁਣ ਵੀ ਕੁੜੀਆਂ ਲੈ ਕੇ ਆਂਦਾ ਤੁਹਾਡੇ ਘਰ? ਨਹੀਂ, ਹੁਣ ਅਸੀਂ ਮਨਾ ਕੀਤਾ ਹੋਇਆ, ਮਨਾ ਕੀਤਾ ਵਾ। ਤੇ ਮੇਰੇ ਬੰਦੇ ਨੂੰ ਵੀ ਆ ਹੋ ਗਿਆ 15 ਕੁ ਦਿਨ ਬਾਹਰ ਮੁਲਾਜ਼ਮ ਆਏ ਆ ਸਿਵਲ ਵਰਦੀ ਦੇ ਵਿੱਚ। ਬੰਦੇ ਮੇਰੇ ਨੂੰ ਮਾਰ ਕੇ ਗਏ ਆ ਕਿ ਤੁਸੀਂ ਦਰਖਾਸਤਾਂ ਵਗੈਰਾ ਦਿੰਦੇ ਪਏ ਆ, ਫਲਾਣ ਆ ਜੇ ਆ ਉਹ। ਅਸੀਂ ਕਹਿੰਦਾ ਕੋਠੇ ਟੱਪ ਕੇ ਤੇਰੀ ਬੱਚੀ ਚੁੱਕਲ ਜਾਣੀ ਆ। ਕਹਿੰਦਾ ਯਾਰ ਸਲਾਨ ਹੀ ਕਹਿੰਦਾ? ਕਹਿੰਦਾ ਹਾਂਜੀ। ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦਾ ਪਿਆ, ਅੱਛਾ ਨਹੀਂ ਲੱਗ ਰਿਹਾ। ਕਦੀ ਕਹਿੰਦਾ ਮੀਡੀਆ ਵਾਲਿਆਂ ਨੂੰ ਤੁਸੀਂ ਲੱਖ ਰੁਪਈਆ ਲੈ ਲਓ ਮੇਰੇ ਕੋਲੋਂ ਤੇ ਸੁਲ੍ਹਾ ਕਰ ਲਓ। ਅੱਛਾ ਮੈਨੂੰ ਤੁਸੀਂ ਇਹ ਦੱਸੋ ਕਿ ਤੁਸੀਂ ਇਹਦੇ ਅਰਸਲਾਨ ਦੇ ਖਿਲਾਫ ਕੋਈ ਕਾਰਵਾਈ ਕੀਤੀ ਹੈ? ਕਿਸੇ ਥਾਣੇ ਦੇ ਵਿੱਚ ਦਰਖਾਸਤ ਦਿੱਤੀ? ਫੈਕਟਰੀ ਉੱਥੇ ਗਏ ਸੀਗੇ ਸ਼ੇਖੂਪੁਰੇ ਡੀਪੀਓ ਦੇ ਕੋਲ। ਅੱਛਾ ਉਹਨਾਂ ਨੇ ਕੀ ਕਿਹਾ? ਉਹਨਾਂ ਨੇ ਲਿਖ ਕੇ ਦਿੱਤਾ ਕਿ ਤੁਸੀਂ ਕੋਟ ਅਬਦੁਲ ਮਾਲਕ ਜਾਓ। ਕੋਟ ਅਬਦੁਲ ਮਾਲਕ ਗਈਆਂ ਤੇ ਉਹਨਾਂ ਨੇ ਕਿਹਾ ਟੂ ਪਲਾਜ਼ੇ ਦੇ ਕੋਲ ਜਾਓ ਮੋਟਰਵੇ ਤੇ। ਉੱਥੇ ਗਈਆਂ, ਉਹਨਾਂ ਨੇ ਕਿਹਾ ਤੁਸੀਂ ਫਿਰ ਉੱਥੇ ਜਾਓ ਕੋਟ ਅਬਦੁਲ ਮਾਲਕ। ਇਸ ਤਰ੍ਹਾਂ ਕਰਾ ਕੇ ਇਹਨਾਂ ਨੇ ਮੈਨੂੰ ਗੇੜੇ ਕਢਾ ਕੇ ਘੁਮਾਈ ਜਾ ਰਹੇ ਹੈਗੇ। ਘੁਮਾਈ ਜਾ ਰਹੇ। ਮੇਰੇ ਕੋਲ 300 ਰੁਪਇਆ ਸੀ ਜਿਹੜਾ ਮੇਰੇ ਕੋਲ ਖਰਚਿਆ ਗਿਆ। ਫਿਰ ਮੈਂ ਕਿੱਥੇ ਆ ਟੂ ਪਲਾਜ਼ਾ, ਉੱਥੋਂ ਮੈਂ ਆਪਣੇ ਬੱਚੇ ਸਮੇਤ ਲੈ ਕੇ ਟੁਰਦੀ ਬੱਦੋ ਪੁਲਿਸ ਸਟਾਫ ਤੇ ਨਿਜ਼ਾਮਪੁਰਾ ਡਾਕਾ, ਉੱਥੇ ਮੈਂ ਆਈ ਹਾਂ। ਕੀ ਗੱਲ ਅਸੀਂ ਇਨਸਾਨ ਨਹੀਂ ਹੈ? ਸਾਨੂੰ ਕਿਉਂ ਨਹੀਂ ਇਨਸਾਫ ਮਿਲਦਾ? ਅੱਜ ਇਹ ਸਾਡੇ ਨਾਲ ਕਰ ਰਿਹਾ ਨਾ, ਸਾਰਿਆਂ ਦੀਆਂ ਮਾਵਾਂ ਭੈਣਾਂ ਹੈ ਵਾ। ਜੇ ਉਹਨੇ ਇਸ ਮਾਂ ਨੂੰ ਨਹੀਂ ਨਾ ਮਾਫੀ ਦਿੱਤੀ ਤੇ ਹੋਰਾਂ ਮਾਵਾਂ ਨੂੰ ਵੀ ਉਹਨੇ ਮਾਫੀ ਕੋਈ ਨਹੀਂ ਦੇਣੀ ਹੈਗੀ, ਕਿਉਂਕਿ ਇਹਦੇ 'ਚੋਂ ਇਨਸਾਫ ਚਾਹੀਦਾ ਸਾਨੂੰ। ਤੁਹਾਨੂੰ ਜਾਨ ਤੋਂ ਵੀ ਖਤਰਾ ਹੈਗਾ ਉਹਦੇ ਕੋਲੋਂ? ਜਾਨ ਤੋਂ ਖਤਰਾ। ਮੇਰੇ ਬੰਦੇ ਨੂੰ ਕਿਹਾ, ਧਮਕੀ ਲਾਈ ਆ ਮੇਰੇ ਪੁੱਤਰ ਨੂੰ, ਉਹਨੇ ਕਿਹਾ ਕਿ ਮੈਂ ਮਾਰ ਦੇਣਾ ਵਾ। ਫਿਰ ਕੀ ਕਹੋਗੇ ਤੁਸੀਂ? ਤੁਹਾਨੂੰ ਲੋਕ ਦੇਖਦੇ ਪਏ ਨੇ। ਮੈਨੂੰ ਲੋਕ ਦੇਖਦੇ ਪਏ ਕਿ ਲੋਕਾਂ ਨੂੰ ਚਾਹੀਦਾ ਵਾ ਇਹਦੇ ਵਾਸਤੇ ਆਵਾਜ਼ ਉਠਾਉਣ ਤੇ ਮੈਨੂੰ ਇਨਸਾਫ ਦੇਣ। ਇਸ ਵਜ਼ੀਰ ਆਜ਼ਮ ਨੂੰ ਵੀ ਚਾਹੀਦਾ ਵਾ, ਪਰ ਇਹ ਵਜ਼ੀਰ ਆਜ਼ਮ ਕਾਹਦਾ ਵਾ? ਇਹ ਤੇ ਹੱਥੀਂ ਸਾਰਾ ਕੁਝ ਕਰਵਾਉਂਦੇ ਪਏ ਇਸ ਟਾਈਮ ਤੇ। ਨਹੀਂ, ਹੱਥੀਂ ਨਾ ਕਰਵਾਉਣ। ਜਿਹੜਾ ਬੰਦਾ ਇੰਜ ਕਰੇ ਨਾ ਉਹਦੀ ਵਰਦੀ ਉਤਾਰਨ, ਉਹਨੂੰ ਪੁੱਛਣ, ਉਹਦੇ ਵਾਸਤੇ ਆਵਾਜ਼ ਉਠਾਈ ਜਾਵੇ। ਉਸ ਦੂਸਰਿਆਂ ਨੂੰ ਵੀ ਕੰਨ ਹੋ ਜਾਣ ਕਿ ਅਸੀਂ ਕਿਸੇ ਦੀਆਂ ਮਾਵਾਂ ਭੈਣਾਂ ਨਾਲ ਕੀਤੀਆਂ ਨਾ, ਤੇ ਅੱਜ ਇਹਦੀ ਵਰਦੀ ਲੱਥੀ ਹੈ ਤੇ ਕੱਲ੍ਹ ਨੂੰ ਸਾਡੀਆਂ ਵੀ ਲੱਥਣੀਆਂ ਵਾ। अब बिल्कुल जी आपने सारी कहानी सुनी कि एक पुलिस एहलकार जो वर्दी की आड़ में छुपकर इतना घनौना धंधा चला रहा है, और इस आप इसकी तस्वीर देख सकते हैं, ये शक्ल से ही 2 नंबर लगता है। और ऐसे 2 नंबर पुलिस एहलकारों को आपने महकमा पुलिस की यूनिफॉर्म दी हुई है, और ये लोग अवाम का तहफ़्फ़ुज़ करेंगे। ये एक मज़लूम, एक गरीब ख़तून के घर को उसने चकला बना दिया हुआ है, जिस्म फरोशी का अड्डा बना दिया हुआ है। उसकी छोटी 10-11 साल बच्ची पर क्या गुजरती होगी जब ये इसके घर में आकर इस तरह के गलत काम करता होगा। मेरी DPO शेखुपुरा साहब से गुजारिश है कि इस पर एक्शन ले और इस करप्ट पुलिस एहलकार को मनकती अंजाम तक पहुँचाएँ, और ऐसी काली भेड़ों का महकमा पुलिस से कोई तल्लक नहीं। मुझे उम्मीद है कि आप इस वीडियो को ज़्यादा से ज़्यादा शेयर करेंगे ताकि इस गरीब ख़तून को इंसाफ मिले। इसी के साथ मुझे दीजिए इजाज़त। अल्लाह ने के बाद।